ਸਤਿ ਸ੍ਰੀ ਅਕਾਲ ਅਤੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਵੱਖ-ਵੱਖ ਸੈਂਸਸ ਬਾਰੇ ਪੜਾਂਗੇ ਜੋ ਇੰਡਸਟਰੀਅਲ ਪ੍ਰੋਸੈਸਸ ਦੀ ਕੰਟਰੋਲਿੰਗ ਕਰਨ ਅਤੇ ਇਸ ਦੀ ਮੋਨੀਟਰਿੰਗ ਕਰਕੇ ਅਤੇ ਇਸ ਨੂੰ ਆਪਟੀਮਾਈਜ਼ਿੰਗ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਹਨ। ਇਹ ਸੈਂਸਸ ਵੱਖ-ਵੱਖ ਇੰਡਸਟਰੀਅਲ ਐਪਲੀਕੇਸ਼ਨਸ ਵਿੱਚ ਕੁਸ਼ਲਤਾ, ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸਾਧਨ ਹਨ ਜੋ ਕਿ weight ਅਤੇ strain ਨੂੰ ਮੈਜ਼ਰ ਕਰਨ ਤੋਂ ਲੈ ਕੇ ਲਿਕੁਇਡ ਲੈਵਲਸ ਦਾ ਪਤਾ ਲਗਾਉਣ ਅਤੇ ਓਵਰਫਲੋ ਨੂੰ ਰੋਕਣ ਤੱਕ ਦਾ ਕੰਮ ਕਰਦੇ ਹਨ। ਉਦੇਸ਼ ਇਸ ਸੈਸ਼ਨ ਦੇ ਅੰਤ ਵਿੱਚ ਤੁਸੀਂ ਇਹ ਕਰ ਸਕੋਗੇ। ਇੰਡਸਟਰੀਅਲ ਪ੍ਰੋਸੈਸ ਜਿਵੇਂ ਕਿ ਲੋਡ ਸੈਲਸ, ਸਟ੍ਰੇਨ ਗੇਜਸ, LVDTs, ਵਾਟਰ ਲੈਵਲ ਸੈਂਸਰਸ, ਫਲੋਟ ਸਵਿਚਸ ਅਤੇ ਫਲੋਟ ਵਾਲਵਸ ਲਈ ਮੋਨੀਟਰਿੰਗ, ਕੰਟਰੋਲਿੰਗ ਅਤੇ ਆਪਟੀਮਾਈਜ਼ਿੰਗ ਕਰਨ ਦੇ ਲਈ ਸੈਂਸਸ ਦੀ ਪਛਾਣ ਕਰਨਾ ਅਤੇ ਵੱਖ-ਵੱਖ ਇੰਡਸਟਰੀਜ਼ 'ਚ ਇਹਨਾਂ ਸੈਂਸਸ ਦੀ ਐਪਲੀਕੇਸ਼ਨ। ਲੋਡ ਸੈਲਸ ਟਰਾਂਸਡਿਊਸਰਸ ਹੁੰਦੇ ਨੇ ਜੋ ਕਿ ਮਕੈਨੀਕਲ ਫੋਰਸ ਔਰ ਵੇਟ ਨੂੰ ਇਲੈਕਟ੍ਰੀਕਲ ਆਊਟਪੁੱਟ ਸਿਗਨਲ 'ਚ ਬਦਲਦੇ ਨੇ। ਇਹ ਆਮ ਤੌਰ ਤੇ ਇੰਡਸਟਰੀਅਲ ਵਾਤਾਵਰਣ 'ਚ ਵੱਖ-ਵੱਖ ਫੋਰਸਿਸ ਜਿਵੇਂ ਕਿ ਟੈਂਸ਼ਨ, ਕੰਪਰੈਸ਼ਨ, ਪ੍ਰੈਸ਼ਰ ਜਾਂ ਟਾਰਕ ਨੂੰ ਮੇਜਰ ਕਰਨ ਦੇ ਲਈ ਵਰਤੇ ਜਾਂਦੇ ਹਨ। ਲੋਡ ਸੈਲ ਦੁਆਰਾ ਪੈਦਾ ਕੀਤੇ ਆਊਟਪੁੱਟ ਸਿਗਨਲ ਲਗਾਏ ਗਏ ਫੋਰਸ ਦੇ ਅਨੁਪਾਤੀ ਹੁੰਦੇ ਨੇ। ਉਹਨਾਂ ਨੂੰ ਇੰਡਸਟਰੀਅਲ ਪ੍ਰੋਸੈਸਸ ਵਿੱਚ ਵੇਟ ਕੈਪੈਸਿਟੀ ਦੀ ਮੋਨੀਟਰਿੰਗ ਤੇ ਕੰਟਰੋਲਿੰਗ ਲਈ ਜ਼ਰੂਰੀ ਬਣਾਉਂਦੇ ਨੇ। ਵੱਖ-ਵੱਖ ਐਪਲੀਕੇਸ਼ਨਸ ਲਈ ਕਈ ਕਿਸਮ ਦੇ ਲੋਡ ਸੈਲ ਹੁੰਦੇ ਹਨ। ਸਟ੍ਰੇਨ ਗੇਜ ਲੋਡ ਸੈਲਸ, ਹਾਈਡ੍ਰੋਲਿਕ ਲੋਡ ਸੈਲਸ, ਨਿਊਮੈਟਿਕ ਲੋਡ ਸੈਲਸ ਅਤੇ ਕੈਪੈਸਿਟਿਵ ਲੋਡ ਸੈਲਸ। ਸਟ੍ਰੇਨ ਗੇਜ ਲੋਡ ਸੈਲਸ ਇਹਨਾਂ ਦੀ ਵਰਤੋਂ ਸਕੇਲਸ ਅਤੇ ਮਟੀਰੀਅਲ ਟੈਸਟਿੰਗ 'ਚ ਇਹ ਸੈਂਸਿੰਗ ਕਰਕੇ ਵੇਟ ਮੈਜ਼ਰ ਕਰਨ ਲਈ ਕੀਤੀ ਜਾਂਦੀ ਹੈ ਕਿ ਮਟੀਰੀਅਲ ਨੂੰ ਕਿਵੇਂ ਬੈਂਡ ਜਾਂ ਸਟ੍ਰੈਚ ਕਰਨਾ ਹੈ। ਹਾਈਡ੍ਰੋਲਿਕ ਲੋਡ ਸੈਲਸ ਇਹ ਇੱਕ ਸਖਤ ਇੰਡਸਟਰੀਅਲ ਐਨਵਾਇਰਨਮੈਂਟ 'ਚ ਬਿਲਕੁਲ ਸਹੀ ਹੈ ਜਿੱਥੇ ਇਹ ਹੈਵੀ ਡਿਊਟੀ ਸਕੇਲਸ ਜਿਵੇਂ ਕਿ ਟਰੱਕ ਸਕੇਲਸ ਵਿੱਚ ਪਾਇਆ ਜਾਂਦਾ ਹੈ। ਹਾਈਡ੍ਰੋਲਿਕ ਲੋਡ ਸੈਲਸ ਫਲੂਇਡ ਪ੍ਰੈਸ਼ਰ ਦੀ ਵਰਤੋਂ ਕਰਦੇ ਹੋਏ ਵੇਟ ਨੂੰ ਮੈਜ਼ਰ ਕਰਦੇ ਹਨ। ਨਿਊਮੈਟਿਕ ਲੋਡ ਸੈਲਸ ਐਕਸਪਲੋਸਿਵ ਰਿਸਕ ਵਾਲੀਆਂ ਥਾਵਾਂ ਜਿਵੇਂ ਕਿ ਮਾਈਨਸ ਵਿੱਚ ਵਰਤੇ ਜਾਂਦੇ ਨੇ। ਇੱਥੇ ਇਹ ਨਿਊਮੈਟਿਕ ਲੋਡ ਏਅਰ ਪ੍ਰੈਸ਼ਰ 'ਚ ਤਬਦੀਲੀਆਂ ਨੂੰ ਸੈਂਸਿੰਗ ਕਰਕੇ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਵੇਟ ਮੈਜ਼ਰ ਕਰਦੇ ਨੇ। ਕੈਪੈਸਿਟਿਵ ਲੋਡ ਸੈਲ ਇਹ ਕਾਰ ਕ੍ਰੈਸ਼ਰ ਵਰਗੀਆਂ ਚੀਜ਼ਾਂ 'ਚ ਫੋਰਸ ਨੂੰ ਮੈਜ਼ਰ ਕਰਨ ਲਈ ਬਹੁਤ ਵਧੀਆ ਹੈ। ਕੈਪੈਸਿਟਿਵ ਲੋਡ ਸੈਲਸ ਪਲੇਟਸ ਦੇ ਵਿਚਕਾਰ ਇਲੈਕਟ੍ਰੀਕਲ ਚਾਰਜ 'ਚ ਤਬਦੀਲੀਆਂ ਨੂੰ ਸੈਂਸਿੰਗ ਕਰਕੇ ਕੰਮ ਕਰਦੇ ਹਨ। ਸਟ੍ਰੇਨ ਗੇਜ ਇੱਕ ਗੇਜ ਲਈ ਸੈਂਸਰ ਦੀ ਤਰ੍ਹਾਂ ਕੰਮ ਕਰਦੀ ਹੈ ਤੇ ਮਟੀਰੀਅਲ ਦੇ ਸਰਫੇਸ ਸਟ੍ਰੇਨ ਦੇ ਲੈਵਲ ਨੂੰ ਟਰੈਕ ਕਰਦੀ ਹੈ। ਜਦੋਂ ਇਸ ਨੂੰ ਇੱਕ ਸਟ੍ਰੈਸਡ ਸਰਫੇਸ ਤੇ ਬੌਂਡ ਕੀਤਾ ਜਾਂਦਾ ਹੈ ਤਾਂ ਸਟ੍ਰੇਨ ਗੇਜ ਉਸ ਸਰਫੇਸ ਦੇ ਨਾਲ ਸਿੰਕ ਹੋ ਕੇ ਡਿਫਾਰਮ ਜਾਂ ਬੈਂਡ ਕਰਦਾ ਹੈ। ਇਸ ਸਰਫੇਸ ਤੇ ਲਗਾਏ ਗਏ ਸਟ੍ਰੇਨ ਦੀ ਅਨੁਪਾਤੀ ਇਲੈਕਟ੍ਰੀਕਲ ਰੈਜ਼ਿਸਟੈਂਸ ਵਿੱਚ ਸ਼ਿਫਟ ਦਾ ਕਾਰਨ ਬਣਦਾ ਹੈ। ਮਕੈਨੀਕਲ ਸਟ੍ਰੈਸਸ ਅਤੇ ਸਟ੍ਰੇਨ ਨੂੰ ਸਹੀ ਢੰਗ ਨਾਲ ਮੇਜਰ ਕਰਨ ਲਈ ਐਰੋਸਪੇਸ, ਆਟੋਮੋਟਿਵ, ਸਿਵਲ ਇੰਜੀਨੀਅਰਿੰਗ ਅਤੇ ਮਟੀਰੀਅਲ ਟੈਸਟਿੰਗ ਸਮੇਤ ਵੱਖ-ਵੱਖ ਇੰਡਸਟਰੀਜ਼ ਵਿੱਚ ਸਟ੍ਰੇਨ ਗੇਜ ਨੂੰ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਆਓ ਹੁਣ ਸਟ੍ਰੇਨ ਗੇਜ ਦੀਆਂ ਕਿਸਮਾਂ ਨੂੰ ਵੇਖੀਏ। ਇਹ ਨੇ ਲੀਨੀਅਰ ਸਟ੍ਰੇਨ ਗੇਜ, ਡਬਲ ਲੀਨੀਅਰ ਸਟ੍ਰੇਨ ਗੇਜ, ਸ਼ੀਅਰ ਸਟ੍ਰੇਨ ਗੇਜ, 90 ਡਿਗਰੀ ਸਟ੍ਰੇਨ ਗੇਜਸ, ਹਾਫ ਬ੍ਰਿਜ ਸਟ੍ਰੇਨ ਗੇਜਸ, ਫੁੱਲ ਬ੍ਰਿਜ ਸਟ੍ਰੇਨ ਗੇਜਸ ਅਤੇ ਰੋਜ਼ੀਏਟ ਸਟ੍ਰੇਨ ਗੇਜਸ। ਲੀਨੀਅਰ ਸਟ੍ਰੇਨ ਗੇਜ ਇੱਕ ਮੇਜਰਿੰਗ ਗ੍ਰਿਡ ਹੁੰਦੀ ਹੈ ਅਤੇ ਇੱਕ ਹੀ ਦਿਸ਼ਾ 'ਚ ਸਟ੍ਰੇਨ ਨੂੰ ਮੈਜ਼ਰ ਕਰਦੀ ਹੈ। ਸਟ੍ਰੇਨ ਦੀ ਸਿਰਫ ਇੱਕ ਦਿਸ਼ਾ ਦੀ ਜਾਂਚ ਕਰਨ ਦੀ ਲੋੜ ਹੈ। ਡਬਲ ਲੀਨੀਅਰ ਸਟ੍ਰੇਨ ਗੇਜ ਵਿੱਚ ਦੋ ਮਾਪਣ ਵਾਲੇ ਗ੍ਰਿਡ ਇੱਕ ਦੂਜੇ ਦੇ ਪੈਰਲਲ ਲੱਗੇ ਹੁੰਦੇ ਨੇ। ਇਹਨਾਂ ਸਟ੍ਰੇਨ ਗੇਜ ਲੋਡ ਸੈਲਸ ਲਈ ਆਮ ਐਪਲੀਕੇਸ਼ਨ ਵਿੱਚ ਬੈਂਡਿੰਗ ਬੀਮਸ ਤੇ ਮੈਜ਼ਰ ਕਰਨਾ, ਟੈਸਟਿੰਗ ਸ਼ਿਪ ਹਲਸ, ਸਟਰਕਚਰਲ ਕੰਪੋਨੈਂਟਸ, ਵਹੀਕਲ ਟੈਸਟਿੰਗ, ਕੰਸਟਰਕਸ਼ਨ, ਰੇਲ ਰੋਡ ਐਪਲੀਕੇਸ਼ਨਸ ਅਤੇ ਐਰੋਸਪੇਸ ਐਪਲੀਕੇਸ਼ਨਸ ਸ਼ਾਮਿਲ ਨੇ। ਸ਼ੇਅਰ ਸਟ੍ਰੇਨ ਗੇਜ ਵਿੱਚ ਦੋ ਮੈਜਰਿੰਗ ਗ੍ਰਿਡਸ ਹੁੰਦੇ ਨੇ ਜੋ ਇੱਕ ਦੂਜੇ ਤੋਂ 90 ਡਿਗਰੀ ਆਫਸੈਟ ਤੇ ਲੱਗੇ ਹੁੰਦੇ ਨੇ। ਇਹਨਾਂ ਸਟ੍ਰੇਨ ਗੇਜਸ ਲਈ ਆਮ ਐਪਲੀਕੇਸ਼ਨ ਵਿੱਚ ਟੋਰਸ਼ਨ ਬਾਰਸ ਦੇ ਮੈਜਰਮੈਂਟ ਅਤੇ ਸ਼ੀਅਰ ਸਟ੍ਰੈਸ ਨੂੰ ਨਿਰਧਾਰਿਤ ਕਰਨਾ ਸ਼ਾਮਿਲ ਹੁੰਦਾ ਹੈ ਕਿਉਂਕਿ ਇਹ
ਨਿਊਟਰਲ ਫਾਈਬਰ ਵਰਗੇ ਸ਼ੀਅਰ ਬੀਮਸ ਵਿੱਚ ਹੁੰਦੇ ਹਨ। 90 ਡਿਗਰੀ ਸਟ੍ਰੇਨ ਗੇਜ ਵਿੱਚ ਦੋ ਮੈਜਰਿੰਗ ਗ੍ਰਿਡਸ ਹੁੰਦੇ ਨੇ ਜੋ ਇੱਕ ਦੂਜੇ ਤੋਂ 90 ਡਿਗਰੀ ਆਫਸੈਟ ਤੇ ਵਿਵਸਥਿਤ ਹੁੰਦੇ ਨੇ। ਇਹ ਸਟ੍ਰੇਨ ਗੇਜ ਕਿਸਮ ਲਈ ਆਮ ਐਪਲੀਕੇਸ਼ਨ ਵਿੱਚ ਨੋਨ ਪ੍ਰਿੰਸੀਪਲ ਡਾਇਰੈਕਸ਼ਨਸ ਦੇ ਨਾਲ ਐਨਾਲਾਈਸਿਸ ਆਫ ਅ ਬਾਇਕਸੀਅਲ ਸਟ੍ਰੈਸ ਸਟੇਟ ਅਤੇ ਟੈਂਸ਼ਨ ਅਤੇ ਕੰਪਰੈਸ਼ਨ ਬਾਰਸ ਦੀ ਮੈਜ਼ਰਮੈਂਟ ਆਉਂਦੀ ਹੈ। ਹਾਫ ਬ੍ਰਿਜ ਸਟ੍ਰੇਨ ਗੇਜਸ ਇਹ ਵਿਸ਼ੇਸ਼ ਤੌਰ ਤੇ ਸਟੀਕ ਲੋਡ ਸੈਲਸ ਦੇ ਨਿਰਮਾਣ ਲਈ ਵਿਕਸਿਤ ਕੀਤੇ ਗਏ ਨੇ ਜੋ ਬੈਂਡਿੰਗ ਬੀਮ ਵਰਕਿੰਗ ਪ੍ਰਿੰਸੀਪਲ ਤੇ ਕੰਮ ਕਰਦੇ ਨੇ। ਉਹ ਉਹਨਾਂ ਐਪਲੀਕੇਸ਼ਨਾਂ ਲਈ ਸਹੀ ਨੇ ਜਿੱਥੇ ਬੀਮ ਲੈਂਥ ਸੀਮਿਤ ਹੈ। ਫੁੱਲ ਬ੍ਰਿਜ ਸਟ੍ਰੇਨ ਗੇਜਸ ਇਹਨਾਂ 'ਚ 4 ਮੈਜਰਿੰਗ ਗ੍ਰਿਡਸ ਨੇ ਜੋ ਇਸ ਤਰ੍ਹਾਂ ਵਿਵਸਥਿਤ ਕੀਤੇ ਗਏ ਨੇ ਕਿ ਹਰੇਕ ਨੂੰ 90 ਡਿਗਰੀ ਦੇ ਕੋਣ ਤੇ ਅਗਲੇ ਵੱਲ ਆਫਸੈਟ ਕੀਤਾ ਜਾਂਦਾ ਹੈ। ਫੁੱਲ ਬ੍ਰਿਜ ਸਟ੍ਰੇਨ ਗੇਜਸ ਲਈ ਆਮ ਐਪਲੀਕੇਸ਼ਨਾਂ 'ਚ ਟੈਂਸ਼ਨ ਜਾਂ ਕੰਪਰੈਸ਼ਨ ਬਾਰਸ ਦੇ ਮੈਜਰ ਕਰਨ ਲਈ ਅਤੇ ਸ਼ੀਅਰ ਬੀਮਸ ਵਿੱਚ ਹੋਣ ਵਾਲੇ ਸ਼ੀਅਰ ਸਟ੍ਰੈਸਸ ਨੂੰ ਨਿਰਧਾਰਿਤ ਕਰਨਾ ਸ਼ਾਮਲ ਹੁੰਦਾ ਹੈ। ਰੋਜ਼ੀਏਟ ਸਟ੍ਰੇਨ ਗੇਜਸ ਇਹ 0 ਡਿਗਰੀ, 45 ਡਿਗਰੀ, 90 ਡਿਗਰੀ ਜਾਂ 0 ਡਿਗਰੀ, 60 ਡਿਗਰੀ, 120 ਡਿਗਰੀ ਦੇ ਕੋਣ ਤੇ ਵਿਵਸਥਿਤ 3 ਮਾਪਣ ਵਾਲੇ ਗ੍ਰਿਡਾਂ ਦੇ ਬਣੇ ਹੁੰਦੇ ਨੇ। ਅਨਨੋਨ ਪ੍ਰਿੰਸੀਪਲ ਡਾਇਰੈਕਸ਼ਨਸ ਦੇ ਨਾਲ ਬਾਇਐਕਸੀਅਲ ਸਟ੍ਰੈਸ ਸਟੇਟ ਦਾ ਵਿਸ਼ਲੇਸ਼ਣ ਕਰਨ ਲਈ ਰੋਜ਼ੀਏਟ ਇੱਕ ਉਚਿਤ ਵਿਕਲਪ ਹੈ। ਆਓ ਹੁਣ LVDT ਜਾਂ ਲੀਨੀਅਰ ਵੇਰੀਏਬਲ ਡਿਫਰੈਂਸ਼ੀਅਲ ਟਰਾਂਸਫਾਰਮਰ ਨੂੰ ਦੇਖੀਏ। ਇੱਕ ਲੀਨੀਅਰ ਵੇਰੀਏਬਲ ਡਿਫਰੈਂਸ਼ੀਅਲ ਟਰਾਂਸਫਾਰਮਰ ਜਾਂ LVDT ਇੱਕ ਕਿਸਮ ਦਾ ਟਰਾਂਸਡਿਊਸਰ ਹੈ ਜੋ ਲੀਨੀਅਰ ਡਿਸਪਲੇਸਮੈਂਟ ਜਾਂ ਮੂਵਮੈਂਟ ਨੂੰ ਮੇਜਰ ਕਰਨ ਲਈ ਵਰਤਿਆ ਜਾਂਦਾ ਹੈ। ਇਹਨਾਂ 'ਚ ਇੱਕ ਪ੍ਰਾਇਮਰੀ ਕੋਇਲ ਅਤੇ 2 ਸੈਕੰਡਰੀ ਕੋਇਲਸ ਇੱਕ ਹਾਲੋ ਸਿਲੈਂਡਰੀਕਲ ਕੋਰ ਤੇ ਲਪੇਟੀ ਹੁੰਦੀ ਹੈ। ਜਦੋਂ ਇੱਕ ਪ੍ਰਾਇਮਰੀ ਕੋਇਲ ਨੂੰ ਆਲਟਰਨੇਟਿੰਗ ਕਰੰਟ ਦਿੱਤਾ ਜਾਂਦਾ ਹੈ ਤਾਂ ਇਹ ਕੋਰ 'ਚ ਮੈਗਨੈਟਿਕ ਫੀਲਡ ਨੂੰ ਬਣਾਉਂਦਾ ਹੈ। ਜਿਵੇਂ ਕੋਰ ਕੋਇਲਸ ਦੇ ਨਾਲ ਲੀਨੀਅਰ ਘੁੰਮਦੀ ਹੈ, ਮੈਗਨੈਟਿਕ ਫਲਕਸ ਦੀ ਮਾਤਰਾ ਸੈਕੰਡਰੀ ਕੋਇਲਸ ਨਾਲ ਲਿੰਕ ਹੋ ਕੇ ਬਦਲਦੀ ਹੈ। LVDT ਦੀਆਂ ਐਪਲੀਕੇਸ਼ਨਸ LVDT ਐਰੋਸਪੇਸ, ਟੈਸਟ ਅਤੇ ਮੈਜ਼ਰਮੈਂਟ ਐਂਡ ਰਿਸਰਚ ਐਂਡ ਡਿਵੈਲਪਮੈਂਟ ਵਿੱਚ ਐਪਲੀਕੇਸ਼ਨਸ ਦੀ ਬਹੁਤ ਵਿਸ਼ਾਲ ਸ਼੍ਰੇਣੀ ਲੱਭਦੇ ਨੇ। ਵਾਟਰ ਲੈਵਲ ਸੈਂਸਰਸ ਵਾਟਰ ਲੈਵਲ ਸੈਂਸਰਸ ਵਾਟਰ ਜਾਂ ਮੌਜੂਦ ਹੋਰ ਲਿਕੁਇਡ ਦੇ ਲੈਵਲ ਨੂੰ ਦਰਸਾਉਣ ਲਈ ਵੱਖ-ਵੱਖ ਸਿਧਾਂਤਾਂ ਨੂੰ ਵਰਤਦੇ ਨੇ। ਇੱਕ ਆਮ ਕਿਸਮ ਦੇ ਵਾਟਰ ਲੈਵਲ ਨੂੰ ਸਮਝਣ ਲਈ ਇੱਕ ਸਿੰਪਲ ਕੰਡਕਟਰ ਦੀ ਵਰਤੋਂ ਕਰਦੇ ਨੇ। ਜਦੋਂ ਪਾਣੀ 'ਚ ਡੁੱਬਿਆ ਹੁੰਦਾ ਹੈ ਤਾਂ ਸੈਂਸਰ ਦੇ 2 ਟਰਮੀਨਲਸ ਵਿਚਕਾਰ ਸੰਚਾਲਕਤਾ ਬਦਲ ਜਾਂਦੀ ਹੈ, ਜਿਸ ਨਾਲ ਇਹ ਇੱਕ ਕਨੈਕਟਰ ਜਾਂ ਟੈਂਕ ਦੇ ਅੰਦਰ ਵੱਖ-ਵੱਖ ਲੈਵਲਸ ਤੇ ਵਾਟਰ ਦੀ ਮੌਜੂਦਗੀ ਦਾ ਪਤਾ ਲਗਾਉਂਦਾ ਹੈ। ਇਹ ਵਾਟਰ ਲੈਵਲ ਸੈਂਸਰਸ ਬਹੁਮੁਖੀ ਨੇ ਅਤੇ ਰਿਹਾਇਸ਼ੀ ਘਰਾਂ, ਇੰਡਸਟਰੀਅਲ ਸਹੂਲਤਾਂ ਅਤੇ ਹੋਟਲਾਂ ਵਰਗੀਆਂ ਹੌਸਪਿਟੈਲਿਟੀ ਸੰਸਥਾਵਾਂ ਸਮੇਤ ਵਿਭਿੰਨ ਸੈਟਿੰਗਸ 'ਚ ਵਰਤੇ ਜਾਂਦੇ ਨੇ। ਫਲੋਟ ਸਵਿਚ ਲਿਕੁਇਡ ਲੈਵਲ ਦੇ ਵੱਧ-ਘੱਟ ਹੋਣ ਦੇ ਰੂਪ 'ਚ ਇੱਕ ਇਲੈਕਟ੍ਰੀਕਲ ਸਰਕਟ ਦੇ ਓਪਨਿੰਗ ਜਾਂ ਕਲੋਜ਼ਿੰਗ ਹੋਣ ਨੂੰ ਟ੍ਰਿਗਰ ਕਰਨ ਲਈ ਇੱਕ ਫਲੋਟ ਸਵਿਚ ਇੱਕ ਬੁਆਇੰਟ ਫਲੋਟ ਦੀ ਵਰਤੋਂ ਕਰਕੇ ਕੰਮ ਕਰਦਾ ਹੈ। ਮੁੱਖ ਤੌਰ ਤੇ ਫਲੂਇਡ ਕੰਟਰੋਲ ਸਿਸਟਮ ਜਿਵੇਂ ਕਿ ਪੰਪ ਵਿੱਚ ਕੰਮ ਕੀਤਾ ਜਾਂਦਾ ਹੈ। ਇਸ ਵਿੱਚ ਸੰਬੰਧਿਤ ਇਕਵਿਪਮੈਂਟਸ ਨੂੰ ਐਕਟੀਵੇਟਿੰਗ ਜਾਂ ਡੀਐਕਟੀਵੇਟਿੰਗ ਕਰਕੇ ਲਿਕੁਇਡ ਦੇ ਫਲੋ ਨੂੰ ਨਿਯੰਤਰਿਤ ਕਰਦੇ ਨੇ। ਫਲੋਟ ਵਾਲਵ ਫਲੋਟ ਵਾਲਵ ਇੱਕ ਮਕੈਨੀਕਲ ਐਪੈਰੇਟਸ ਹੈ ਜੋ ਇੱਕ ਟੈਂਕ ਜਾਂ ਸਰੋਵਰ 'ਚ ਲਿਕੁਇਡ ਦੇ ਫਲੋ ਨੂੰ ਨਿਯੰਤਰਿਤ ਕਰਕੇ ਲਿਕੁਇਡ ਓਵਰਫਲੋ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ। ਆਮ ਤੌਰ ਤੇ ਕੰਟੇਨਰ ਦੇ ਇਨਲੈਟ ਤੇ ਲੱਗੇ ਫਲੋਟ ਵਾਲਵ ਲਿਕੁਇਡ ਲੈਵਲ ਨੂੰ ਨਿਯੰਤਰਿਤ ਕਰਨ ਲਈ ਅਕਸਰ ਵੈਕਿਊਮ ਸੀਲਡ ਕੰਟੇਨਰ ਦੇ ਅੰਦਰ ਰੱਖਿਆ ਇੱਕ ਬੁਆਇੰਟ ਫਲੋਟ ਦੀ ਵਰਤੋਂ ਕਰਦਾ ਹੈ। ਜਿਵੇਂ ਹੀ ਟੈਂਕ ਦੇ ਅੰਦਰ ਲਿਕੁਇਡ ਵੱਧਦਾ ਹੈ, ਲਿਕੁਇਡ ਦੀ ਸਤਹ ਦੁਆਰਾ ਨਿਰਦੇਸ਼ਿਤ ਫਲੋਟ ਇਸ ਦੇ ਨਾਲ ਉੱਪਰ ਨੂੰ ਚੜ੍ਹਦਾ ਹੈ। ਇੱਕ ਵਾਰ ਪੂਰਵ ਨਿਰਧਾਰਿਤ ਲਿਕੁਇਡ ਲੈਵਲ ਤੇ ਪਹੁੰਚ ਜਾਣ ਤੋਂ ਬਾਅਦ ਫਲੋਟ ਇੱਕ ਸਵਿਚ ਮੈਕੈਨਿਜ਼ਮ ਨੂੰ ਟ੍ਰਿਗਰ ਕਰਦਾ ਹੈ ਜਾਂ ਸਿੱਧੇ ਤੌਰ ਤੇ ਲਿਕੁਇਡ ਦੇ ਫਲੋ ਵਿੱਚ ਰੁਕਾਵਟ ਪਾਉਂਦਾ ਹੈ। ਇਸ ਤਰੀਕੇ ਨਾਲ ਇਹ ਹੋਰ ਲਿਕੁਇਡ ਨੂੰ ਜਾਣ ਤੋਂ ਰੋਕਦਾ ਹੈ। ਇਸ ਤਰ੍ਹਾਂ ਓਵਰਫਲੋ ਦੀ ਸਥਿਤੀ ਨੂੰ ਰੋਕਿਆ ਜਾਂਦਾ ਹੈ। ਇਸ ਨਾਲ ਅਸੀਂ ਇਸ ਸੈਸ਼ਨ ਦੇ ਅੰਤ ਵਿੱਚ ਆਉਂਦੇ ਹਾਂ। ਇਸ ਸੈਸ਼ਨ ਵਿੱਚ ਅਸੀਂ ਸਿੱਖਿਆ ਹੈ ਇੰਡਸਟਰੀਅਲ ਪ੍ਰੋਸੈਸਸ ਜਿਵੇਂ ਕਿ ਲੋਡ ਸੈਲਸ, ਸਟ੍ਰੇਨ ਗੇਜਸ, LVDTs, ਵਾਟਰ ਲੈਵਲ ਸੈਂਸਰਸ, ਫਲੋਟ ਸਵਿਚਸ ਅਤੇ ਫਲੋਟ ਵਾਲਵਸ ਲਈ ਮੋਨੀਟਰਿੰਗ, ਕੰਟਰੋਲਿੰਗ ਅਤੇ ਆਪਟੀਮਾਈਜ਼ਿੰਗ ਕਰਨ ਲਈ ਸੈਂਸਰਸ ਦੀ ਪਛਾਣ ਕਰਨਾ ਅਤੇ ਵੱਖ-ਵੱਖ ਇੰਡਸਟਰੀਜ਼ ਵਿੱਚ ਇਹਨਾਂ ਸੈਂਸਰਸ ਦੀ ਐਪਲੀਕੇਸ਼ਨ ਵੇਖਣਾ। ਦੇਖਣ ਲਈ ਧੰਨਵਾਦ।
ਅਸੀਂ ਤੁਹਾਨੂੰ ਅਗਲੇ ਸੈਸ਼ਨ ਵਿੱਚ ਮਿਲਾਂਗੇ।